नहीं ਪਹਿਲਾਂ ਤਾਂ ਜਿਹੜੀਆਂ ਸਿਟਿੰਗ ਐਮਐਲਏਜ਼ ਹੈਗੀ ਆ ਉਹਨਾਂ ਦੇ ਵਿੱਚੋਂ ਕਿਉਂਕਿ ਸਾਡੇ ਕੋਲ 80 ਸਿਟਿੰਗ ਐਮਐਲਏ ਆ ਸੋ ਉਹਦੇ ਵਿੱਚੋਂ ਮੈਨੂੰ ਲੱਗਦਾ ਪਹਿਲੀ ਲਿਸਟ ਆ ਉਹਦੇ ਵਿੱਚੋਂ ਹੀ ਆਊਗੀ ਚੰਗਾ ਕਿਰਦਾਰ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਕਈ ਵਾਰੀ ਤੁਸੀਂ ਮਾੜੇ ਕਿਰਦਾਰ ਨੂੰ ਵਿੱਚ ਲਿਆ ਕੇ ਉਹਦੇ ਕੋਲ ਚੰਗੇ ਦਿਨਾਂ ਦੀ ਆਸ ਰੱਖਦੇ ਆ ਹੋਵੇ ਕਿਉਂਕਿ ਪੋਲੀਟੀਸ਼ੀਅਨਸ ਤੇ ਲੋਕਾਂ ਨੂੰ ਇਤਬਾਰ ਬਹੁਤਾ ਰਿਹਾ ਨਹੀਂ ਅੱਜ ਕੱਲ੍ਹ ਲੋਕੀ ਸਿਆਣੇ ਬਹੁਤ ਹੋ ਗਏ ਮੈਨੂੰ ਲੱਗਦਾ ਕਿ ਉਸ ਪੈਟਰਨ ਨੂੰ ਚੇਂਜ ਕਰ ਦੇਣਾ ਚਾਹੀਦਾ ਇਹਦੇ ਵਿੱਚ ਚੰਗੇ ਕਿਰਦਾਰਾਂ ਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਜੇ ਚੰਗੇ ਕਿਰਦਾਰ ਨਹੀਂ ਆਉਣਗੇ ਅਕਰੋਸ ਦਾ ਪਾਰਟੀ ਲਾਈਨ ਔਰ ਹੌਲੀ ਹੌਲੀ ਫਿਰ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਗੱਲ ਸਮਝ ਆਊਗੀ ਵੀ ਅਸੀਂ ਚੰਗੇ ਬੰਦੇ ਇਹਦੇ ਵਿੱਚ ਜਿਹੜੀ ਬੀਜੇਪੀ ਆ ਇੱਦਾਂ ਦੇ ਡਰਾਮੇ ਪਿਛਲੇ ਸਮੇਂ 'ਚ ਕਰਦੀ ਰਹੀ ਆ ਕਿਉਂਕਿ ਜਿੱਥੇ 70,000 ਬੰਦਾ ਇਕੱਠਾ ਹੋਣਾ ਸੀ ਉੱਥੇ 700 ਹੋਇਆ ਤਾਂ ਉਹ ਇਸ ਕਰਕੇ ਉਹ ਇਸ ਚਰਚਾ ਦਾ ਵਿਸ਼ਾ ਪੋਲੀਟੀਕਲ ਐਂਗਲ ਤੋਂ ਇਹ ਕਿ ਕਾਂਗਰਸ ਦੀ ਬੇਸਿਕਲੀ ਕੋਲੈਕਟਿਵ ਜਿਹੜੀ ਲੀਡਰਸ਼ਿਪ ਆ ਉਹਦੇ ਥੱਲੇ ਅਸੀਂ ਲੱਗਦੇ ਸਾਡੇ ਇੱਥੇ ਕੀ ਆ ਕਿ ਇੱਕ ਚੀਫ ਮਿਨਿਸਟਰ ਬਣਾ ਲੈਂਦੇ ਆ ਉਹਦੇ ਆਲੇ ਦੁਆਲੇ ਫਿਰ ਇੰਨਾ ਕੁ ਜਮਾਵੜਾ ਹੋ ਜਾਂਦਾ ਮੈਨੂੰ ਲੱਗਦਾ ਉਹ ਆਪਣੇ ਹਿੱਸੇ ਦਾ ਕੰਮ ਵੀ ਨਹੀਂ ਕਰਦਾ ਉਹਨੂੰ ਕੋਈ ਇਕੱਲਾ ਬੰਦਾ ਜਿਹੜਾ ਆ ਅੱਗੇ ਨਹੀਂ ਲਿਜਾ ਸਕਦਾ ਪੰਜਾਬ ਨੂੰ ਤਾਂ ਇੱਕ ਟੀਮ ਅੱਗੇ ਲੈ ਕੇ ਜਾਣੀ ਸਾਲ ਕੁ ਤੋਂ ਬਾਅਦ ਮੈਨੂੰ ਇਹ ਅਸੈਸਮੈਂਟ ਹੋ ਗਈ ਸੀ ਵੀ ਇਹ ਡਿਜ਼ਾਈਨ ਜਿਹੜਾ ਬੀਜੇਪੀ ਦਾ ਕੀਤਾ ਹੋਇਆ ਉਹਦੀ ਐਗਜ਼ੀਕਿਊਸ਼ਨ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ ਔਰ ਸਪੋਰਟ ਉਹਨੂੰ ਸੁਖਬੀਰ ਸਿੰਘ ਬਾਦਲ ਕਰ ਅਤੇ ਇਹ ਠੀਕ ਆ ਵੀ ਸਾਨੂੰ ਉਹਨੂੰ ਲਾਉਣ ਲਈ ਬਹੁਤ ਸਮਾਂ ਲੱਗਾ ਇੱਕ ਵੱਡੇ ਕੱਦ ਦਾ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ ਲੇਕਿਨ ਅਨਫੋਰਚੂਨੇਟਲੀ ਜੋ ਪੰਜਾਬ ਲਈ ਕਰ ਸਕਦੇ ਸੀ ਜਾਂ ਕਰਨਾ ਚਾਹੀਦਾ ਸੀ ਉਹ ਨਹੀਂ ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਜਿੰਨੀ ਕੁ ਇੱਜ਼ਤ ਹੋਣੀ ਚਾਹੀਦੀ ਆ ਉਨੀ ਰੱਖ ਕੇ ਅਤੇ ਮੈਨੂੰ ਲੱਗਦਾ ਇਹ ਰੈਸਟ ਦਾ ਸਮਾਂ ਆ ਕਿਤੇ ਭਗਤੀ ਭੁਗਤੀ ਦਾ ਸਮਾਂ ਆ ਸਮਾਂ ਘਰੇ ਬਹਿ ਜਾਈਏ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਪੋਲੀਟੀਕਲ ਹੁਣ ਫਿਊਚਰ ਹੈਗਾ ਜਾਂ ਇਹ ਲੋਕ ਦੋ ਕੁ ਲੀਡਰ ਹੈਗੇ ਆ ਅਤੇ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਬਹੁਤਾ ਪੰਜਾਬ ਲਈ ਕੁਛ ਕਰਦੇ ਨਹੀਂ ਜਦੋਂ ਸੱਤਾ ਤੋਂ ਬਾਹਰ ਆ ਜਾਂਦੇ ਫਿਰ ਇਹਨਾਂ ਨੂੰ ਪੰਜਾਬ ਦਾ ਚੇਤਾ ਆਉਣ ਲੱਗ ਪੈਂਦਾ ਵੀ ਅਸੀਂ ਪੰਜਾਬ ਦੀ ਸੇਵਾ ਕਰਨੀ ਆ ਮੈਂ ਤਾਂ ਇਹ ਵੀ ਗੱਲ ਕਹਿਣ ਡਿਆ ਸੀ ਵੀ 4.5 ਸਾਲ ਤੁਹਾਨੂੰ ਕਿਹਨੇ ਰੋਕਿਆ ਸੀ ਸੇਵਾ ਕਰਨ ਲਈ ਉਦੋਂ ਤਾਂ ਤੁਸੀਂ ਬਾਹਰ ਨਹੀਂ ਨਿਕਲੇ ਸਰ ਕਾਂਗਰਸ ਦੀ ਲਿਸਟ ਕਦੋਂ ਤੱਕ ਜਾਰੀ ਹੋ ਸਕਦੀ ਜੀ ਕੈਂਡੀਡੇਟਾਂ ਦੀ ਮੇਰੇ ਖਿਆਲ ਪਹਿਲੀ ਜਿਹੜੀ ਆ ਉਹ ਆਲਮੋਸਟ ਕੱਲ੍ਹ ਨੂੰ ਜਾਂ ਮੈਕਸੀਮਮ ਪਰਸੋਂ ਤੱਕ ਡਿਪੈਂਡ ਕਰਦਾ ਪਰ ਮੇਰਾ ਖਿਆਲ ਹੈ ਕਿ ਜ਼ਰੂਰ 60 65 70 ਦੇ ਕਰੀਬ ਦੁਆਬੇ ਦੀ ਵੀ ਕੋਈ ਨਹੀਂ ਪਹਿਲਾਂ ਤਾਂ ਜਿਹੜੀਆਂ ਸਿਟਿੰਗ ਐਮਐਲਏਜ਼ ਹੈਗੀ ਆ ਉਹਨਾਂ ਦੇ ਵਿੱਚੋਂ ਕਿਉਂਕਿ ਸਾਡੇ ਕੋਲ 80 ਸਿਟਿੰਗ ਐਮਐਲਏ ਆ ਸੋ ਉਹਦੇ ਵਿੱਚੋਂ ਮੈਨੂੰ ਲੱਗਦਾ ਪਹਿਲੀ ਲਿਸਟ ਤਾਂ ਉਹਦੇ ਵਿੱਚੋਂ ਹੀ ਆਊਗੀ ਪਰ ਸਿਟਿੰਗ ਦੇ ਵਿੱਚੋਂ ਜਿੱਦਾਂ ਚਰਚਾਵਾਂ ਆ ਜੀ ਕਹਿੰਦੇ ਕਈ ਤਾਂ ਸਿਟਿੰਗ ਐਮਐਲਏ ਦੀ ਟਿਕਟਾਂ ਕੱਟ ਹੋ ਰਹੀਆਂ ਚਲੋ ਉਹ ਤਾਂ ਬੇਸਿਕਲੀ ਦੇਖੋ ਸਰਵੇ ਹੈਗਾ ਸਰਵੇ ਦੇ ਮੁਤਾਬਕ ਜਿਹੜੀ ਵਿਨੇਬਿਲਟੀ ਆ ਉਹ ਮੇਨ ਕ੍ਰਾਈਟੇਰੀਆ ਹੈਗਾ ਔਰ ਫਿਰ ਪਾਰਟੀ ਨੇ ਕਈ ਵਾਰੀ ਕਈ ਕੰਬੀਨੇਸ਼ਨ ਵਗੈਰਾ ਦੇਖਣੇ ਹੁੰਦੇ ਆ ਸੋ ਉਹਦੇ ਮੁਤਾਬਕ ਇਹ ਜਿਹੜਾ ਉਹ ਵਰਕਆਊਟ ਹੋ ਰਿਹਾ ਹੈਗਾ ਸਰ ਚਰਚਾ ਆ 20 ਐਮਐਲਏ ਦੀ ਸਿਟਿੰਗ ਜਾਂ ਟਿਕਟਾਂ ਕੱਟ ਸਹੀ ਗੱਲ ਹੈ ਯਾਰ ਮੈਂ ਇਹਦੇ 'ਤੇ ਕੋਈ ਬਹੁਤਾ ਕੋਈ ਕਮੈਂਟ ਨਹੀਂ ਇਸ ਕਰਕੇ ਕਰ ਸਕਦਾ ਕਿ ਮੈਂ ਕੋਈ ਫਾਈਨਲ ਅਥਾਰਟੀ ਨਹੀਂ ਮੈਂ ਤਾਂ ਆਪਣੀ ਸਿਰਫ ਰਾਏ ਦੇਣ ਵਾਲਾ ਬੰਦਾ ਆ ਵੀ ਆਹ ਗੱਲ ਠੀਕ ਹੈਗੀ ਆ ਮੇਰੀ ਆਪਣੀ ਪਰਸਨਲ ਕੋਸ਼ਿਸ਼ ਇਹ ਹੁੰਦੀ ਆ ਵੀ ਚੰਗਾ ਕਿਰਦਾਰ ਜਿਹੜਾ ਉਹ ਪੋਲੀਟਿਕਸ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਕਈ ਵਾਰੀ ਤੁਸੀਂ ਮਾੜੇ ਕਿਰਦਾਰ ਨੂੰ ਵਿੱਚ ਲਿਆ ਕੇ ਉਹਦੇ ਕੋਲ ਚੰਗੇ ਦਿਨਾਂ ਦੀ ਆਸ ਰੱਖਦੇ ਆ ਮੇਰਾ ਤਾਂ ਇੰਨਾ ਕੀ ਸਬਜੈਕਟ ਆ ਵੀ ਉਹਦੀ ਵਿਨੇਬਿਲਟੀ ਵੀ ਹੋਵੇ ਲੇਕਿਨ ਚੰਗਾ ਕਿਰਦਾਰ ਹੋਵੇ ਕਿਉਂਕਿ ਪੋਲੀਟੀਸ਼ੀਅਨਸ ਤੇ ਲੋਕਾਂ ਨੂੰ ਇਤਬਾਰ ਬਹੁਤਾ ਰਿਹਾ ਨਹੀਂ ਹੈ ਸੋ ਉਹਦੇ ਲਈ ਕੋਸ਼ਿਸ਼ ਮੇਰੀ ਤਾਂ ਹੁੰਦੀ ਹੈ ਸਰ ਬਾਕੀ ਪਾਰਟੀਆਂ ਵੱਲੋਂ 2 ਮਹੀਨੇ 2.5 ਮਹੀਨੇ ਹੋ ਗਏ ਆਪਣੇ ਉਮੀਦਵਾਰ ਜਿਹੜੇ ਕੈਂਡੀਡੇਟ ਕੋਸ਼ਿਸ਼ ਕੀਤਿਆਂ ਨੂੰ ਨੁਕਸਾਨ ਹੋਊਗਾ ਕਾਂਗਰਸ ਪਾਰਟੀ ਨੂੰ ਲੀਡ ਕਰਨਾ ਕਈ ਵਾਰੀ ਬਹੁਤ ਪਹਿਲਾਂ ਖੇਡਣ ਵਾਲੇ ਬੰਦੇ ਥੱਕ ਜਾਂਦੇ ਹੁੰਦੇ ਜਦੋਂ ਅਖੀਰ ਜਿਹਾ ਸਮਾਂ ਆਉਂਦਾ ਨਾ ਸੋ ਇਸ ਕਰਕੇ ਸਮੇਂ ਸਿਰ ਹੀ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ ਸਰ ਕੋਵਿਡ ਦੀ ਗਾਈਡਲਾਈਨਸ ਆ ਗਈਆਂ ਕਿਉਂਕਿ ਉਹਨਾਂ ਕਾਫੀ ਕੀਤਾ ਹੋਊਗਾ ਤੇ ਕੋਵਿਡ ਕਰਕੇ ਉਹ ਸਾਰਿਆਂ ਲਈ ਇੱਕੋ ਜਿਹਾ ਹੀ ਆ ਕਿਉਂਕਿ ਜਿਹੜੀਆਂ ਕੋਵਿਡ ਦੀਆਂ ਗਾਈਡਲਾਈਨਸ ਹੈਗੀਆਂ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਲਈ ਇੱਕੋ ਜਿਹੀਆਂ ਹੈਗੀਆਂ ਉਹਦੇ ਵਿੱਚ ਵਰਚੁਅਲ ਵੀ ਹੋਊਗਾ ਉਹਦੇ ਵਿੱਚ ਸੋਸ਼ਲ ਮੀਡੀਆ ਵੀ ਹੋਊਗਾ ਅੱਜ ਕੱਲ੍ਹ ਲੋਕੀ ਸਿਆਣੇ ਬਹੁਤ ਹੋ ਗਏ ਮੈਨੂੰ ਲੱਗਦਾ ਕਿ ਉਸ ਪੈਟਰਨ ਨੂੰ ਚੇਂਜ ਕਰ ਦੇਣਾ ਚਾਹੀਦਾ ਮੈਂ ਤਾਂ ਇੱਕੋ ਹੀ ਕੋਸ਼ਿਸ਼ ਕਰਦਾ ਹੁੰਦਾ ਕਿ ਚਾਹੇ ਅਕਰੋਸ ਦਾ ਪਾਰਟੀ ਲਾਈਨ ਇਹਦੇ ਵਿੱਚ ਚੰਗੇ ਕਿਰਦਾਰਾਂ ਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਜੇ ਚੰਗੇ ਕਿਰਦਾਰ ਨਹੀਂ ਆਉਣਗੇ ਅਕਰੋਸ ਦਾ ਪਾਰਟੀ ਲਾਈਨ ਔਰ ਹੌਲੀ ਹੌਲੀ ਫਿਰ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਗੱਲ ਸਮਝ ਆਊਗੀ ਵੀ ਅਸੀਂ ਚੰਗੇ ਬੰਦੇ ਇਹਦੇ ਵਿੱਚ ਲੈ ਕੇ ਆਉਣੇ ਆ ਸਰ ਭਾਜਪਾ ਪਾਰਟੀ ਵੱਲੋਂ ਜੋ ਪੀਐਮ ਦੀ ਰੈਲੀ ਲੱਗ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਰੋਜ਼ ਮੁਜ਼ਾਹਰੇ ਵਗੈਰਾ ਕੀਤੀਆਂ ਜਾ ਰਹੀਆਂ ਤੇ ਉਹਨਾਂ ਦੀ ਸੁਰੱਖਿਆ ਵਿੱਚ ਜਿਹੜਾ ਆ ਉਹ
ਖੇਡਿਆ ਗਿਆ ਸੁਰੱਖਿਆ ਦੇ ਨਾਲ ਪੰਜਾਬ ਸਰਕਾਰ ਕੋਲ ਵੀ ਇਲਜ਼ਾਮ ਲਗਾਇਆ ਜਾ ਰਿਹਾ। ਨਹੀਂ ਦੇਖੋ, ਇਹਦੇ ਦੋ ਪਹਿਲੂ ਆ। ਇੱਕ ਪਹਿਲੂ ਤਾਂ ਇਹ ਹੈ ਕਿ ਪ੍ਰਾਈਮ ਮਿਨਿਸਟਰ ਦੀ ਜਿਹੜੀ ਖਾਸ ਕਰਕੇ VVIP ਸਿਕਿਉਰਿਟੀ ਦੀ ਬਲੂ ਬੁੱਕ ਹੁੰਦੀ ਆ, ਕਿਉਂਕਿ ਮੇਰੀ ਬੈਕਗਰਾਊਂਡ ਪੁਲਿਸ ਦੀ ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਕੁਤਾਹੀ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਉਹਦੇ ਲਈ ਮੈਨੂੰ ਅਫਸੋਸ ਹੈ। ਪਰ ਕਿਉਂ, ਦੂਜਾ ਐਂਗਲ ਇਹ ਹੈ ਕਿ ਜਿਹੜੀ BJP ਆ ਇੱਦਾਂ ਦੇ ਡਰਾਮੇ ਪਿਛਲੇ ਸਮੇਂ 'ਚ ਕਰਦੀ ਰਹੀ ਆ, ਕਿਉਂਕਿ ਜਿੱਥੇ 70,000 ਬੰਦਾ ਇਕੱਠਾ ਹੋਣਾ ਸੀ ਉੱਥੇ 700 ਹੋਇਆ, ਤਾਂ ਉਹ ਇਸ ਕਰਕੇ ਉਹ ਇਸ ਚਰਚਾ ਦਾ ਵਿਸ਼ਾ ਪੋਲੀਟੀਕਲ ਐਂਗਲ ਤੋਂ ਇਹ ਹੈਗਾ ਕਿ ਹਾਂ ਵੀ ਇਹਨਾਂ ਦੇ ਕੋਲੋਂ ਬੰਦੇ ਨਹੀਂ ਇਕੱਠੇ ਹੋਏ, ਇਸ ਕਰਕੇ ਸਾਰਾ ਕੁਝ ਹੋਇਆ। ਸੋ ਜਿਹੜਾ ਇਹਦਾ ਸਿਕਿਉਰਿਟੀ ਐਂਗਲ ਆ ਉਹਦੇ ਵਿੱਚ ਇਹ ਵੀ ਨਹੀਂ ਹੁੰਦਾ ਵੀ ਇਕੱਲੀ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ, ਇਹਦੇ ਵਿੱਚ ਬਹੁਤ ਏਜੰਸੀਜ਼ ਇਨਵੋਲਵ ਹੁੰਦੀਆਂ। ਈਵਨ ਕਿ ਇੱਥੋਂ ਤੱਕ ਕਿ ਜਿਹੜਾ ਏਅਰ ਟ੍ਰੈਫਿਕ ਹੁੰਦਾ ਉਹ ਵੀ ਕੰਟਰੋਲਡ ਹੁੰਦਾ ਉਸ ਸਮੇਂ 'ਤੇ ਜਦੋਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਇੱਥੇ ਹੁੰਦੀ ਆ ਫੇਰੀ ਜਾਂ ਉਹਨਾਂ ਦੀ ਮੂਵਮੈਂਟ ਹੁੰਦੀ ਆ। ਸੋ ਇਸ ਕਰਕੇ ਉਹਦੇ ਵਿੱਚ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਆ। ਜਿੰਨੀਆਂ ਏਜੰਸੀਜ਼ ਜਾਂ ਜਿੰਨਾ ਰੋਲ ਹੈਗਾ ਉਹਨੂੰ ਉਸ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਇੱਦਾਂ ਦੀ ਗੱਲ ਜਿਹੜੀ ਦੁਬਾਰਾ ਨਾ ਹੋ ਸਕੇ। ਸਰ 47 DSP ਦੇ ਜਿਹੜੇ ਤਬਾਦਲੇ ਹੋਏ ਆ ਉੱਥੇ ਲੈ ਕੇ ਬੜਾ ਵੱਡਾ ਇੱਕ ਆਇਆ ਕਿ DGP ਸਾਹਿਬ ਨੇ ਕਹਿ ਦਿੱਤਾ ਕਿ ਮੇਰੇ ਜਾਲੇ ਸਾਈਨ ਕਰਕੇ ਇਹ 47 DSP ਦੇ ਤਬਾਦਲੇ ਕਰ ਦਿੱਤੇ ਗਏ। ਇਹਦੇ ਬਾਰੇ ਮੈਨੂੰ ਨਹੀਂ, ਕਿਉਂਕਿ ਮੈਂ ਅੱਜ ਨਹੀਂ ਸੀਗਾ ਚੰਡੀਗੜ੍ਹ, ਮੈਂ ਜਲੰਧਰ ਸੀ। ਮੈਂ ਤੁਹਾਡੇ ਕੋਲੋਂ ਹੀ ਸੁਣ ਰਿਹਾ ਹੈਗਾ, ਸੋ ਮੈਨੂੰ ਇਹਦੇ ਬਾਰੇ ਨਹੀਂ ਪਤਾ। ਕਾਂਗਰਸ CM ਚਿਹਰਾ ਵੀ ਅਨਾਉਂਸ ਕਰੂਗਾ ਜੀ? ਕਾਂਗਰਸ ਦੀ ਬੇਸਿਕਲੀ ਕੋਲੈਕਟਿਵ ਜਿਹੜੀ ਲੀਡਰਸ਼ਿਪ ਆ ਉਹਦੇ ਥੱਲੇ ਅਸੀਂ ਲੜ ਰਹੇ ਹੈਗੇ ਆ। ਸੋ ਇਲੈਕਸ਼ਨ ਤੋਂ ਬਾਅਦ CLP ਜਿਹਨੂੰ ਵੀ ਚਾਹੂਗੀ ਉਹ ਚੀਫ ਮਿਨਿਸਟਰ, ਪਰ ਮੈਂ ਹਮੇਸ਼ਾ ਜਿਹੜੀ ਚੀਫ ਮਿਨਿਸਟਰ ਵਾਲੀ ਪੋਲੀਟਿਕਸ ਆ, ਮੈਂ ਉਹਨੂੰ ਡਿਫਰੈਂਟ ਐਂਗਲ ਨਾਲ ਦੇਖਦਾ ਕਿ ਟੀਮ ਖੇਡਦੀ ਚਾਹੀਦੀ ਆ, ਕਿਉਂਕਿ ਕੋਈ ਵੀ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਔਰ ਸਾਡੇ ਇੱਥੇ ਕੀ ਆ ਕਿ ਇੱਕ ਚੀਫ ਮਿਨਿਸਟਰ ਬਣਾ ਲੈਂਦੇ ਆ, ਉਹਦੇ ਆਲੇ ਦੁਆਲੇ ਫਿਰ ਇੰਨਾ ਕੁ ਜਮਾਵੜਾ ਹੋ ਜਾਂਦਾ, ਮੈਨੂੰ ਲੱਗਦਾ ਉਹ ਆਪਣੇ ਹਿੱਸੇ ਦਾ ਕੰਮ ਵੀ ਨਹੀਂ ਕਰ ਪਾਉਂਦਾ। ਸੋ ਮੈਨੂੰ ਲੱਗਦਾ ਟੀਮ ਨੂੰ ਪ੍ਰਮੋਟ ਕਰਨਾ ਚਾਹੀਦਾ, ਟੀਮ ਦੇ ਵਿੱਚ ਜਿਹੜੀ ਵੰਡ ਹੈਗੀ ਆ ਕੰਮ ਦੀ ਉਹ ਹੋਣੀ ਚਾਹੀਦੀ ਆ, ਸੋ ਦੈਟ ਕਿ ਪੰਜਾਬ ਨੂੰ ਕੋਈ ਇਕੱਲਾ ਬੰਦਾ ਜਿਹੜਾ ਆ ਅੱਗੇ ਨਹੀਂ ਲਿਜਾ ਸਕਦਾ, ਪੰਜਾਬ ਨੂੰ ਤਾਂ ਇੱਕ ਟੀਮ ਅੱਗੇ ਲੈ ਕੇ ਜਾ ਸਕਦੀ ਹੈ। ਸਰ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈਗੀ ਆ, 4.5 ਸਾਲ ਕੈਪਟਨ ਦੀ ਸਰਕਾਰ ਸੀਗੀ। ਜਿਹੜੇ 4.5 ਸਾਲ ਕੈਪਟਨ ਦੀ ਸਰਕਾਰ ਰਹੀ ਆ ਉਹਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਘਾਟਾ ਰਹਿ ਗਈਆਂ, ਕਮੀਆਂ ਰਹਿ ਗਈਆਂ, ਉਹਨੂੰ ਉਹਲੇ ਕਰਕੇ ਆਪਾਂ ਜਿਹੜੀ 110 ਜਾਂ 11 ਦਿਨ ਦੀ ਸਰਕਾਰ ਰਹੀ ਆਪਣੀ ਚੰਨੀ ਹੋਣਾ ਦੀ, ਉਹ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਉਹ ਜਿਹੜੇ ਘਾਟਾ ਰਹਿ ਗਈਆਂ ਉਹਦਾ ਦੋਸ਼ ਕਿਹਦੇ ਸਿਰ ਹੈ? ਨਹੀਂ, ਮੈਂ ਤਾਂ ਲਗਭਗ 3.5 ਸਾਲ ਲੜਿਆ। ਮੈਂ ਤਾਂ ਸਾਲ ਕੀ ਚੁੱਪ ਰਿਹਾ ਸੀਗਾ। ਸਾਲ ਕੁ ਤੋਂ ਬਾਅਦ ਮੈਨੂੰ ਇਹ ਅਸੈਸਮੈਂਟ ਹੋ ਗਈ ਸੀ ਵੀ ਇਹ ਡਿਜ਼ਾਈਨ ਜਿਹੜਾ BJP ਦਾ ਕੀਤਾ ਹੋਇਆ, ਉਹਦੀ ਐਗਜ਼ੀਕਿਊਸ਼ਨ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ ਔਰ ਸਪੋਰਟ ਉਹਨੂੰ ਸੁਖਬੀਰ ਸਿੰਘ ਬਾਦਲ ਕਰ ਰਹੇ ਆ। ਸੋ ਮੈਂ ਤਾਂ ਉਦੋਂ ਤੋਂ ਸ਼ੁਰੂ ਹੋ ਕੇ ਇਹ ਠੀਕ ਆ ਵੀ ਸਾਨੂੰ ਉਹਨੂੰ ਲਾਉਣ ਲਈ ਬਹੁਤ ਸਮਾਂ ਲੱਗਾ। ਇੱਕ ਵੱਡੇ ਕੱਦ ਦਾ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ, ਲੇਕਿਨ ਅਨਫੋਰਚੂਨੇਟਲੀ ਜੋ ਪੰਜਾਬ ਲਈ ਕਰ ਸਕਦੇ ਸੀ ਜਾਂ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਸੋ ਉਹਨੂੰ ਕਿਸੇ ਦੇ ਨਾਂ ਵੀ ਲਾ ਦਿਓ, ਮੈਨੂੰ ਨਹੀਂ ਲੱਗਦਾ ਉਹ ਸਮਾਂ ਪੰਜਾਬ ਨੂੰ ਤਾਂ ਨਹੀਂ ਮੁੜਨਾ। ਲੇਕਿਨ ਇਹ ਜ਼ਰੂਰ ਠੀਕ ਹੈ ਕਿ ਅਸੀਂ ਆ ਜਿਹੜੇ ਪਿਛਲੇ 90 ਕੁ ਦਿਨਾਂ ਦੇ ਵਿੱਚ ਜਿੰਨੀ ਕੁ ਵੀ ਕੋਸ਼ਿਸ਼ ਕਰਕੇ, ਜਿੰਨੀ ਕੁ ਸਾਡੀ ਸਮਝ ਮੁਤਾਬਕ ਕੰਮ ਕੀਤਾ ਹੈਗਾ, ਇਹ ਲੋਕਾਂ ਨੂੰ ਲੱਗਣ ਜ਼ਰੂਰ ਲੱਗ ਪਿਆ ਵੀ ਹਾਂ ਬਈ ਇਹੋ ਜਿਹੇ ਬੰਦੇ ਵੀ ਹੈਗੇ ਆ ਜਿਹੜੇ ਪੰਜਾਬ ਦੀ ਬਿਹਤਰੀ ਲਈ ਈਵਨ ਕਿ ਦਿਨ ਰਾਤ ਜਿਹੜੇ ਕੰਮ ਕਰ ਸਕਦੇ ਆ। ਔਰ ਪੰਜਾਬੀ ਹਮੇਸ਼ਾ ਚੰਗੀ ਸੋਚ ਨਾਲ ਅੱਗੇ ਵੱਧਦਾ ਹੈਗਾ। ਔਰ ਆਉਣ ਵਾਲਾ ਸਮਾਂ ਜਿਹੜਾ, ਬਾਕੀ ਤਾਂ ਵੋਟਰ ਨੇ ਦੱਸਣਾ ਹੈਗਾ, ਲੇਕਿਨ ਆਉਣ ਵਾਲਾ ਸਮਾਂ ਜਿਹੜਾ ਉਹ ਬੜਾ ਸੈਂਸਿਟਿਵ ਸਮਾਂ ਹੈਗਾ। ਪੰਜਾਬ ਨੂੰ ਜਿੱਥੇ ਪੰਜਾਬ ਖੜਾ ਉੱਥੋਂ ਕੱਢਣ ਦੀ ਜ਼ਰੂਰਤ ਹੈ, ਕਿਉਂਕਿ ਚਾਹੇ ਫਾਈਨੈਂਸ਼ੀਅਲ ਐਂਗਲ ਹੋਵੇ, ਐਜੂਕੇਸ਼ਨ ਹੋਵੇ, ਕਿਉਂਕਿ ਮੈਂ ਤਾਂ ਹੁਣ 3 ਮਹੀਨਿਆਂ 'ਚ ਜੋ ਐਜੂਕੇਸ਼ਨ ਦਾ ਹਾਲ ਦੇਖਿਆ, ਕਿਉਂਕਿ ਇੰਡਸਟਰੀਲਿਸਟ ਕਹਿੰਦਾ ਮੇਰੇ ਕੋਲ ਬੱਚਾ ਹੈ ਨਹੀਂ ਸਾਡੀ ਇੰਡਸਟਰੀ ਨੂੰ ਗਾਂਹ ਲੈ ਕੇ ਜਾਣ ਲਈ, ਬੱਚਾ ਕਹਿੰਦਾ ਮੇਰੇ ਕੋਲ ਨੌਕਰੀ ਹੈ ਨਹੀਂ, ਇਹਦਾ ਮਤਲਬ ਇਹ ਹੋਇਆ ਕਿ ਇਹਦੇ ਵਿੱਚ ਗੈਪ ਹੈ। ਔਰ ਚਾਈਨਾ ਨੇ ਅੱਜ ਤੋਂ 30 ਸਾਲ ਪਹਿਲਾਂ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਲਿਆ ਸੀ। ਅੱਜ ਵੀ ਅਸੀਂ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ 5-7 ਸਾਲਾਂ 'ਚ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰ ਸਕਦੇ ਹਾਂ। ਕੈਪਟਨ ਸਾਹਿਬ ਨੇ ਨਵੀਂ ਪਾਰਟੀ ਬਣਾਈ ਆ, ਤੁਹਾਡੇ ਮੁਤਾਬਕ ਰਾਜਨੀਤੀ ਲਈ ਕੀ ਅਸਰ? ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਜਿੰਨੀ ਕੁ ਇੱਜ਼ਤ ਹੋਣੀ ਚਾਹੀਦੀ ਆ ਉਨੀ ਰੱਖ ਕੇ, ਅਤੇ ਮੈਨੂੰ ਲੱਗਦਾ ਇਹ ਰੈਸਟ ਦਾ ਸਮਾਂ ਆ, ਕਿਤੇ ਭਗਤੀ ਭੁਗਤੀ ਦਾ ਸਮਾਂ ਥੋੜ੍ਹਾ ਹੀ ਆ। ਮੈਨੂੰ ਨਹੀਂ ਇਹ ਪਤਾ ਹੁੰਦਾ ਵੀ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਕਿੰਨਾ ਕੁ ਸਮਾਂ, ਪਰ ਮੈਨੂੰ ਐਂ ਲੱਗਦਾ ਇਹ
ਜਿਹੜਾ ਸੂਰਜ ਚੜ੍ਹਦਾ ਹੁੰਦਾ ਉਹਨੇ ਢਲਣਾ ਵੀ ਹੁੰਦਾ, ਤੇ ਗ੍ਰੇਸ ਇਹ ਹੁੰਦੀ ਆ ਵੀ ਉਸ ਢਲਦੇ ਸਮੇਂ ਦੇ ਵਿੱਚ ਆਪਾਂ ਆਰਾਮ ਨਾਲ ਘਰੇ ਬਹਿ ਜਾਈਏ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਪੋਲੀਟੀਕਲ ਹੁਣ ਫਿਊਚਰ ਹੈਗਾ, ਜਾਂ ਇਹ ਲੋਕ ਦੋ ਕੁ ਲੀਡਰ ਹੈਗੇ ਆ, ਇਹ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਬਹੁਤਾ ਪੰਜਾਬ ਲਈ ਕੁਝ ਕਰਦੇ ਨਹੀਂ, ਜਦੋਂ ਸੱਤਾ ਤੋਂ ਬਾਹਰ ਆ ਜਾਂਦੇ ਫਿਰ ਇਹਨਾਂ ਨੂੰ ਪੰਜਾਬ ਦਾ ਚੇਤਾ ਆਉਣ ਲੱਗ ਪੈਂਦਾ ਵੀ ਅਸੀਂ ਪੰਜਾਬ ਦੀ ਸੇਵਾ ਕਰਨੀ ਆ। ਮੈਂ ਤਾਂ ਇਹ ਵੀ ਗੱਲ ਕਹਿਣ ਡਿਆ ਸੀ ਵੀ 4.5 ਸਾਲ ਤੁਹਾਨੂੰ ਕਿਹਨੇ ਰੋਕਿਆ ਸੀ ਸੇਵਾ ਕਰਨ ਲਈ, ਉਦੋਂ ਤਾਂ ਤੁਸੀਂ ਬਾਹਰ ਨਹੀਂ ਨਿਕਲੇ। ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਗ੍ਰੇਸਫੁਲੀ ਕੁਇਟ ਕਰਨਾ ਚਾਹੀਦਾ। ਸਰ ਪੰਜਾਬ ਦੀ ਸਿਆਸਤ ਵਿੱਚ ਨਸ਼ੇ ਦਾ ਮੁੱਦਾ ਰਹਿ ਗਿਆ, ਬਿਲਕੁਲ ਗੱਲ ਗੋਲੀकांड ਦਾ, ਤੇ ਆਦਿ ਦੇ ਜਿਹੜੇ ਮੁੱਦੇ ਹੈਗੇ ਆ, ਉਹਦੇ ਕਰਕੇ ਪਿਛਲੀ ਜਿਹੜੀ ਅਕਾਲੀ ਸਰਕਾਰ ਹੈ ਉਹਨੂੰ ਬਹੁਤ ਵੱਡਾ ਜਿਹੜੀ ਮਾਰ ਝੱਲਣੀ ਪਈ ਸੀਗੀ। ਇਹ ਜਿਹੜੇ ਮੁੱਦੇ ਹਜੇ ਵੀ ਬਰਕਰਾਰ ਉੱਦਾਂ ਹੀ ਖੜੇ ਹੈਗੇ ਆ, ਤੁਸੀਂ ਕਿੱਦਾਂ ਦੇਖਦੇ ਹੋ ਆਉਣ ਵਾਲੀ ਜਿਹੜੀ ਇਲੈਕਸ਼ਨ ਦੇ ਇਹਦੇ ਕੀ ਪ੍ਰਭਾਵ ਹੋਣਗੇ? ਨਹੀਂ ਦੇਖੋ, ਡਰੱਗਸ ਦੀ ਮੈਂ ਹਮੇਸ਼ਾ ਇੱਕੋ ਗੱਲ ਕਰਦਾ ਹੁੰਦਾ ਕਿ ਇੱਕ ਆਨਗੋਇੰਗ ਪ੍ਰੋਸੈਸ ਹੈਗਾ। ਇਹ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈ। ਐਡਮਿਨਿਸਟ੍ਰੇਟਿਵਲੀ ਅਸੀਂ ਕਾਫੀ ਇਹਦੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਹਜੇ ਵੀ ਇਹਦੇ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਔਰ ਜਿਹੜਾ ਖਾਸ ਕਰਕੇ ਬੇਅਦਬੀਆਂ ਦਾ ਮੁੱਦਾ ਹੈਗਾ, ਇਹਨੂੰ ਅਸਲੀ ਗੱਲ ਹੈ ਐਡਮਿਨਿਸਟ੍ਰੇਟਿਵਲੀ ਜਾਂ ਪੋਲੀਟੀਕਲ ਪਾਰਟੀਆਂ ਨੇ ਉਲਝਾਇਆ ਇੰਨਾ ਕਿਹਾ ਭਈ ਇਹਨਾਂ ਨੂੰ ਕੋਰਟਾਂ ਦੇ ਵਿੱਚ ਲਿਜਾ ਕੇ ਇਹਦੇ ਵਿੱਚ ਗਲਤ ਜਿਹੜੀਆਂ ਇਨਵੈਸਟੀਗੇਸ਼ਨ ਕਰਕੇ ਉਹਨੂੰ ਇੱਕ ਅਲੱਗ ਪਾਸੇ ਨੂੰ ਡਾਇਰੈਕਸ਼ਨ ਦੇ ਕੇ ਇਹਦੇ ਤੇ ਹੋਰ ਸੁਹਿਰਦ ਹੋਣ ਦੀ ਜ਼ਰੂਰਤ ਆ। ਅਸੀਂ ਕੋਸ਼ਿਸ਼ ਇਹ ਕੀਤੀ ਹੈਗੀ ਆ ਪਿਛਲੇ ਸਮੇਂ ਦੇ ਵਿੱਚ ਵੀ ਇਹਦੇ ਤੇ ਜਿੰਨਾ ਕੁ ਵੱਧ ਕੰਮ ਹੋ ਸਕੇ, ਲੇਕਿਨ ਮੈਨੂੰ ਲੱਗਦਾ ਇਹਦੇ ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਸਰ ਬਹੁਤ ਜਿਹੜੇ ਵੱਡੇ ਮੁੱਦੇ ਹੈਗੇ ਆ, ਬੇਰੁਜ਼ਗਾਰੀ ਦਾ ਮੁੱਦਾ, ਐਜੂਕੇਸ਼ਨ ਦਾ, ਟੀਚਰਾਂ ਦੇ ਮੁੱਦੇ ਹੈਗੇ ਆ, ਇਹ ਇਦਾਂ ਹੀ ਬਰਕਰਾਰ ਖੜੇ ਆ, ਬਹੁਤ ਕਾਫੀ ਲੰਬੇ ਅਰਸੇ ਤੋਂ ਦਿਨ ਕਈ ਦਹਾਕਿਆਂ ਬੱਧੀ ਖੜੇ ਆ ਮੁੱਦੇ। ਤੇ ਇਹ ਕਿਹੜੇ ਮੁੱਦੇ ਤੁਸੀਂ ਲੈ ਕੇ ਇਸ ਵਾਰ ਜਿਹੜੀ ਇਲੈਕਸ਼ਨ ਲੜਨ ਜਾ ਰਹੇ ਆ, ਕਿਹੜੀਆਂ? ਮੈਂ ਐਜੂਕੇਸ਼ਨ ਡਿਪਾਰਟਮੈਂਟ ਆਪ ਲਿਆ ਸੀ। ਉਹਦਾ ਕਾਰਨ ਇਹ ਆ ਕਿ ਮੈਨੂੰ ਇਹ ਲੱਗਦਾ ਕਿ ਸਾਨੂੰ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈ, ਕਿਉਂਕਿ ਜੇ ਅਸੀਂ ਭਾਵੇਂ ਪੁਲ ਬਣਾਈ ਜਾਈਏ, ਸੜਕਾਂ ਬਣਾ ਲਈਏ, ਜੇ ਸਾਡੀ ਆਉਣ ਵਾਲੀ ਪੀੜ੍ਹੀ ਚੰਗੇ ਪਾਸੇ ਨੂੰ ਨਾ ਤੁਰੀ, ਸਮੇਂ ਦਾ ਨਾ ਹਾਣੀ ਬਣੀ, ਤੇ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਬਹੁਤ ਹੋਊਗਾ। ਐਜੂਕੇਸ਼ਨ ਦੇ ਵਿੱਚ ਚੇਂਜਸ ਲਿਆਉਣ ਦੀ ਬਹੁਤ ਜ਼ਰੂਰਤ ਹੈ, ਲੇਕਿਨ ਜਿੱਥੋਂ ਤੱਕ ਟੀਚਰ ਦਾ ਸਵਾਲ ਹੈ, ਇਹਦੇ ਵਿੱਚ ਇਹਨਾਂ ਦੀ ਆਪਸ ਵਿੱਚ ਕੰਟਰਾਡਿਕਸ਼ਨ ਇੰਨੀ ਆ ਕਿ 19,000 ਜਿਹੜੀਆਂ ਭਰਤੀਆਂ ਉਹ ਕੋਰਟ ਦੇ ਵਿੱਚ ਹੈ, ਔਰ ਅਸੀਂ ਹੁਣ 12,000 ਹੋਰ ਕੱਢੀਆਂ। ਜੇ 31,000 ਦੀ ਭਰਤੀ ਹੋ ਜਾਂਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਇਸ਼ੂ। ਔਰ ਲੇਕਿਨ ਇਹ ਆ ਕਿ ਸਮਾਂ 90 ਦਿਨ ਥੋੜ੍ਹਾ ਸੀਗਾ, ਇਹਨੂੰ ਥੋੜ੍ਹੀ ਬਹੁਤੀ ਰੂਪ ਰੇਖਾ ਬਣਾ ਕੇ ਤਾਂ ਇਹਨੂੰ ਸਿੱਧਾ ਤੋਰਨ ਦੀ ਕੋਸ਼ਿਸ਼ ਕੀਤੀ ਆ। ਸਿਮਿਲਰਲੀ ਹਾਇਰ ਐਜੂਕੇਸ਼ਨ ਦੇ ਵਿੱਚ 1996 ਤੋਂ ਬਾਅਦ ਪਹਿਲੀ ਵਾਰੀ 1150 ਜਿਹੜੇ ਅਸਿਸਟੈਂਟ ਪ੍ਰੋਫੈਸਰ ਆ ਉਹ ਭਰਤੀ ਕੀਤੇ ਆ। ਅਨਫੋਰਚੂਨੇਟ ਹੈ ਕਿ ਜੇ ਇੰਨਾ ਸਮਾਂ ਤੁਸੀਂ ਲੈਕਚਰਰ ਵੀ ਭਰਤੀ ਨਹੀਂ ਕਰੋਗੇ ਤਾਂ ਜਿਹੜਾ ਐਜੂਕੇਸ਼ਨ ਦਾ ਮਿਆਰ ਆ ਉਹ ਕਿੱਧਰ ਨੂੰ ਜਾਊਗਾ। ਸੋ ਮੈਨੂੰ ਲੱਗਦਾ ਇਹਦੇ ਤੇ ਸਾਨੂੰ ਵੱਧ ਫੋਕਸ ਕਰਨ ਦੀ ਜ਼ਰੂਰਤ ਹੈਗੀ। ਅਖੀਰਲਾ ਸਵਾਲ ਹੈ ਜੀ, ਵਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਹੋ ਗਈ ਹੈ, ਸਰਕਾਰ ਨੇ FIR ਜ਼ਰੂਰ ਕਰ ਦਿੱਤੀ ਹੈ, ਪਰ ਉਹਦੇ ਜਿਹੜੇ ਅਰੈਸਟ ਨਹੀਂ ਹੋਈ ਹੈ, ਉਹਨੂੰ ਲੈ ਕੇ ਕਾਫੀ ਵਿਰੋਧੀਆਂ ਦੇ ਜਿਹੜੀ ਪਾਰਟੀਆਂ ਹਨ ਕਹਿੰਦੇ ਫਰੈਂਡਲੀ ਮੈਚ ਹੀ ਖੇਡਿਆ ਗਿਆ। ਨਹੀਂ, ਕੋਈ ਇਦਾਂ ਦੀ ਗੱਲ ਨਹੀਂ ਹੈ, ਕਿਉਂਕਿ ਸਾਡਾ ਉਹਨਾਂ ਨਾਲ ਕੋਈ ਫਰੈਂਡਲੀ ਮੈਚ ਨਹੀਂ ਹੈਗਾ। ਔਰ ਮੈਨੂੰ ਲੱਗਦਾ ਕਿ ਇਹਦਾ ਅਪਰੋਪਰੀਏਟ ਆਨਸਰ ਤਾਂ ਜਿਹੜਾ ਸਾਡੇ ਹੋਮ ਮਿਨਿਸਟਰ ਸਾਹਿਬ ਜਾਂ ਚੀਫ ਮਿਨਿਸਟਰ ਦੇ ਸਕਦੇ ਆ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈ।